प्यारे बच्चों, मेरा नाम संदीप कौर है। मैं पंजाब स्कूल एजुकेशन बोर्ड विच बतौर वोकेशनल ट्रेनर सेवावां निभा रही हाँ। मेरी ट्रेड का नाम हैल्थ केयर है। अज मैं तुहाडे नाल जिस विषय उपर विचार वटांदरे की सांझ पाउण जा रही हाँ, वो है रिजल्ट ओरीएंटेशन। इस विच आपां सब तो पहला इंट्रोडक्शन पढ़ांगे। उस तो बाद रिजल्ट ओरीएंटड किवें बन सकते हाँ, गोल किवें सैट कर सकते हाँ ते तुहाडे अभ्यास लई कुछ प्रश्न हैं। फर्स्ट ऑफ ऑल इंट्रोडक्शन, स्टैप्स टू बिकम रिजल्ट ओरीएंटड, गोल सैटिंग, क्वेश्चनरी। First of all, introduction. It is a term used to describe a person's ability to recognize what results are important and the steps needed to be taken to achieve them. Result orientation ਕੀ ਹੈ? ਇਹ ਸਾਨੂੰ ਇਹ ਦੱਸਦੀ ਹੈ ਕਿ ਕਿਸੇ ਪਰਸਨ ਦੀ ਯੋਗਤਾ ਰਿਜ਼ਲਟ ਨੂੰ ਪਹਿਚਾਨਣ ਦੀ, ਕਿ ਕਿਹੜਾ ਰਿਜ਼ਲਟ ਨਤੀਜਾ ਜਾਂ ਨਿਸ਼ਾਨਾ ਉਸ ਲਈ ਕਿਸੇ ਪਰਸਨ ਲਈ ਕਿੰਨੀ ਮਹੱਤਤਾ ਰੱਖਦਾ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਕਿਹੜੇ ਕਦਮਾਂ ਦੀ ਜ਼ਰੂਰਤ ਹੈ। ਇਟ ਮੀਨਸ ਟੂ ਫੋਕਸ ਔਨ ਦ ਰਿਜ਼ਲਟ ਆਫ ਐਨ ਅਸਾਈਨਡ ਟਾਸਕ। ਇਸ ਰਿਜ਼ਲਟ ਓਰੀਐਂਟਡ ਵਿੱਚ ਕੀ ਮਤਲਬ ਹੈ ਕਿ ਕੋਈ ਪਰਸਨ ਜੋ ਵੀ ਉਸਨੂੰ ਕੰਮ ਦਿੱਤਾ ਜਾਂਦਾ ਹੈ ਉਸ ਦੇ ਨਤੀਜੇ ਦੇ ਉੱਪਰ ਪੂਰਾ ਧਿਆਨ ਦਿੰਦਾ ਹੈ ਕਿ ਉਸ ਨੂੰ ਕੀ ਨਤੀਜਾ ਪ੍ਰਾਪਤ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। Knowing result. If you know the result you want to achieve, you can focus on the efforts required to achieve it. ਜੇਕਰ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਕੀ ਨਤੀਜਾ ਚਾਹੀਦਾ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਉਸ ਕੋਸ਼ਿਸ਼ਾਂ ਕੀ ਕਰੋਗੇ, ਉਹੀ ਕੋਸ਼ਿਸ਼ਾਂ ਕਰੋਗੇ ਜਿਹਦੇ ਨਾਲ ਤੁਸੀਂ ਆਪਣੇ ਨਤੀਜੇ ਨੂੰ ਪ੍ਰਾਪਤ ਕਰ ਸਕੋ। ਪੂਰਾ ਧਿਆਨ ਤੁਸੀਂ ਕਿੱਥੇ ਕੇਂਦਰਿਤ ਕਰੋਗੇ? ਆਪਣੇ ਨਤੀਜੇ ਨੂੰ ਪ੍ਰਾਪਤ ਕਰਨ ਦੇ ਲਈ ਅਤੇ ਉਹਨੂੰ ਪ੍ਰਾਪਤ ਕਰਨ ਦੇ ਲਈ ਕੁਝ ਕਦਮ ਆ ਜਿਨ੍ਹਾਂ ਨੂੰ ਤੁਸੀਂ ਉਠਾਓਗੇ। ਹਾਊ ਟੂ ਬਿਕਮ ਰਿਜ਼ਲਟ ਓਰੀਐਂਟਡ। ਅਸੀਂ ਰਿਜ਼ਲਟ ਓਰੀਐਂਟਡ ਕਿੱਦਾਂ ਬਣ ਸਕਦੇ ਹਾਂ? There are some steps for result oriented. Steps to become result oriented. The first is set clear goals. Second, prepare an action plan. Use the right resources and tools. Communicate with mentors and peers. Make a calendar. Work hard. First of all ਕੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਇੱਕ ਕਲੀਅਰ ਗੋਲ ਸੈੱਟ ਕਰਦੇ ਹਾਂ। ਉਸ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਐਕਸ਼ਨ ਪਲਾਨ ਤਿਆਰ ਕੀਤਾ ਜਾਂਦਾ ਹੈ। ਫਿਰ ਸਾਡੇ ਕੋਲ ਰਾਈਟ ਰਿਸੋਰਸਿਸ ਮੀਨਸ ਸਹੀ ਸਰੋਤ ਹੋਣੇ, ਟੂਲਸ ਹੋਣੇ ਬਹੁਤ ਜ਼ਰੂਰੀ ਹਨ ਤਾਂ ਜੋ ਅਸੀਂ ਉਸ ਗੋਲ ਨੂੰ ਪ੍ਰਾਪਤ ਕਰ ਸਕੀਏ। ਕਮਿਊਨੀਕੇਟ ਵਿਦ ਮੈਂਟਰਸ, ਆਪਣੇ ਜਿਹੜੇ ਸੀਨੀਅਰਸ ਨੇ ਜਾਂ ਪੀਅਰਸ ਨੇ ਜਾਂ ਜਿਹੜੇ ਟੀਚਰਸ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰੇ ਦੀ ਸਾਂਝ ਪਾਉਣੀ, ਕਮਿਊਨੀਕੇਟ ਕਰਨਾ। ਮੇਕ ਅ ਕੈਲੰਡਰ, ਇੱਕ ਕੈਲੰਡਰ ਤਿਆਰ ਕਰਨਾ ਕਿ ਕਿਹੜਾ ਕੰਮ ਕਦੋਂ ਕਰਾਂਗੇ ਅਤੇ ਅਸੀਂ ਆਪਣੇ ਨਤੀਜੇ ਤੱਕ ਪਹੁੰਚ ਜਾਵਾਂਗੇ। ਵਰਕ ਹਾਰਡ, ਕਿਸੇ ਵੀ ਕੰਮ ਨੂੰ ਕਰਨ ਦੇ ਲਈ ਜਾਂ ਸਫਲਤਾ ਪ੍ਰਾਪਤ ਕਰਨ ਦੇ ਲਈ ਜਿਹੜੀ ਸਫਲਤਾ ਦੀ ਕੁੰਜੀ ਆ ਉਹ ਕੀ ਆ? ਮਿਹਨਤ। ਦ ਫਸਟ ਸਟੈਪ ਕੀ ਆ? ਫਸਟ ਸਟੈਪ ਇਜ਼ set clear goals. Setting clear and accurate goals is the first step one needs to take to meet the targets. ਆਪਣੇ ਨਿਸ਼ਾਨੇ ਤੱਕ ਪੁੱਜਣ ਦੇ ਲਈ ਸਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਆ। ਪਹਿਲੀ ਕਿ ਕਲੀਅਰਲੀ ਗੋਲ ਸੈੱਟ ਕਰਨਾ ਹੈ ਐਂਡ ਦੂਜੀ ਐਕੂਰੇਟ ਗੋਲ ਸੈੱਟ ਕਰਨਾ ਹੈ। ਸੈਕਿੰਡ, ਪ੍ਰਪੇਅਰ ਐਨ ਐਕਸ਼ਨ ਪਲਾਨ। ਸਾਡਾ ਸੈਕਿੰਡ ਸਟੈਪ ਕੀ ਆ ਕਿ ਇੱਕ ਕੀ ਆ, ਅਸੀਂ ਬਿਲਕੁਲ ਐਕਸ਼ਨ ਪਲਾਨ ਜਿਹੜਾ ਉਹ ਪ੍ਰਪੇਅਰ ਕਰਨਾ ਹੈ, ਤਿਆਰ ਕਰਨਾ ਹੈ ਤਾਂ ਕਿ ਅਸੀਂ ਆਪਣੇ ਨਿਸ਼ਾਨੇ ਤੱਕ, ਮਿੱਥੇ ਹੋਏ ਟੀਚੇ ਤੱਕ ਪਹੁੰਚ ਸਕੀਏ। ਇਹਦੇ ਵਿੱਚ ਵੀ ਕੁਝ ਫਰਦਰ ਸਟੈਪਸ ਨੇ ਜਿਨ੍ਹਾਂ ਨੂੰ ਆਪਾਂ ਧਿਆਨ ਵਿੱਚ ਰੱਖਣਾ ਹੈ। ਫਸਟ ਕੀ ਹੈ? ਵਟ ਚੇਂਜਿਸ ਵਿਲ ਅਕਰ ਆਫਟਰ ਦ ਐਕਸ਼ਨ। ਜਦੋਂ ਅਸੀਂ ਐਕਸ਼ਨ ਪਲਾਨ ਤਿਆਰ ਕਰਨਾ ਹੈ ਇਸ ਚੀਜ਼ ਦਾ ਧਿਆਨ ਰੱਖਣਾ ਕਿ ਕਿਹੜੇ ਚੇਂਜਿਸ ਜਿਹੜੇ ਅਸੀਂ ਲਿਆਉਣੇ ਨੇ, ਸਾਡੇ ਐਕਸ਼ਨ ਦੇ ਨਾਲ ਕਿਹੜਾ ਚੇਂਜ ਆਵੇਗਾ।
ਮੀਨਸ ਜਿਵੇਂ ਮੈਂ ਤੁਹਾਨੂੰ ਉਦਾਹਰਨ ਦੇਵਾਂ, ਕੋਈ ਬੱਚਾ ਹੈ ਉਹ ਕੀ ਕਲਾਸ ਵਿੱਚੋਂ ਪਹਿਲੇ ਨੰਬਰ 'ਤੇ ਆਉਣਾ ਚਾਹੁੰਦਾ ਹੈ। ਪਹਿਲੇ ਨੰਬਰ 'ਤੇ ਆਉਣ ਦੇ ਲਈ ਉਹਨੂੰ ਕੁਝ ਐਕਸ਼ਨਸ ਜਿਹੜੇ ਨੇ ਉਹ ਪਲਾਨ ਕਰਨੇ ਪੈਣਗੇ। ਉਹਨੂੰ ਕੀ ਆ, ਪਹਿਲੇ ਹੀ ਦਿਨ ਤੋਂ ਮਿਹਨਤ ਕਰਨੀ ਪਏਗੀ ਔਰ ਉਹਦੇ ਵਾਸਤੇ ਉਹ ਇੱਕ ਤਿਆਰੀ ਕਰੇਗਾ, ਇੱਕ ਪ੍ਰੈਪਰੇਸ਼ਨ ਕਰੇਗਾ ਕਿ ਮੈਂ ਸਵੇਰੇ ਜਲਦੀ ਉੱਠਣਾ ਹੈ, ਜਲਦੀ ਉੱਠ ਕੇ ਆਪਣੀ ਸਿਹਤ ਨੂੰ ਵੀ ਪਹਿਲਾਂ ਕੀ ਤੰਦਰੁਸਤ ਕਰਨ ਲਈ ਕਸਰਤ ਕਰਨੀ ਆ, ਪੜ੍ਹਨ ਦਾ ਵੀ ਟਾਈਮ ਸੈੱਟ ਕਰੇਗਾ, ਖੇਡਾਂ ਦਾ ਵੀ ਟਾਈਮ ਸੈੱਟ ਕਰੇਗਾ। ਅਤੇ ਉਹਦੇ ਨਾਲ ਉਹਨੂੰ ਇਹ ਹੋਊਗਾ ਕਿ ਜੇ ਮੈਂ ਤੰਦਰੁਸਤ ਰਹੂੰਗਾ ਅਤੇ ਮੈਂ ਜੇ ਸਰੀਰਕ ਤੌਰ 'ਤੇ ਤੰਦਰੁਸਤ ਹੋਊਂਗਾ ਅਤੇ ਮਾਨਸਿਕ ਤੌਰ 'ਤੇ ਵੀ ਮੈਂ ਕੀ ਆ, ਮਿਹਨਤ ਜਿਹੜੀ ਆ ਵਧੀਆ ਕਰ ਸਕਦਾ ਅਤੇ ਚੰਗੇ ਨੰਬਰ ਲੈ ਸਕਦਾ। ਸੋ ਵਟ ਚੇਂਜਿਸ ਵਿਲ ਅਕਰ ਆਫਟਰ ਦਾ ਐਕਸ਼ਨ, ਕਿ ਉਹਨੂੰ ਇਹ ਪਤਾ ਹੋਊਗਾ ਕਿ ਕਿਹੜਾ ਐਕਸ਼ਨ ਮੈਂ ਲੈ ਰਿਹਾ ਵਾਂ, ਉਸ ਐਕਸ਼ਨ ਨੂੰ ਲੈਣ ਤੋਂ ਬਾਅਦ ਕਿਹੜੇ ਬਦਲਾਅ ਜਿਹੜੇ ਨੇ ਆਉਣਗੇ। ਹੂ ਵਿਲ ਕੈਰੀ ਆਊਟ ਦਾ ਚੇਂਜਿਸ, ਇਹ ਚੇਂਜਿਸ ਕੌਣ ਲਿਆਵੇਗਾ। ਜੇ ਮੈਂ ਪਹਿਲੇ ਨੰਬਰ 'ਤੇ ਆਉਣਾ ਚਾਹੁੰਦੀ ਹਾਂ ਤਾਂ ਓਬਵੀਅਸਲੀ ਗੱਲ ਆ ਕਿ ਮੈਂ ਹੀ ਆਪਣੇ ਵਿੱਚ ਬਦਲਾਅ ਲਿਆਵਾਂਗੀ। ਮੈਂ ਮਿਹਨਤ ਦਾ ਰਸਤਾ ਪਕੜਾਂਗੀ ਤਾਂ ਜੋ ਕਿ ਇਹ ਬਦਲਾਅ ਮੈਂ ਆਪਣੇ 'ਚ ਲਿਆ ਕੇ ਵਧੀਆ ਨੰਬਰ ਜਿਹੜੇ ਆ ਪ੍ਰਾਪਤ ਕਰ ਸਕਾਂ। ਵੈਨ ਵਿਲ ਦਾ ਚੇਂਜਿਸ ਟੇਕਸ ਪਲੇਸ, ਇਹ ਜਿਹੜੇ ਚੇਂਜਿਸ ਨੇ, ਬਦਲਾਅ ਨੇ, ਇਹ ਕਦੋਂ ਹੋਣੇ ਚਾਹੀਦੇ ਨੇ। ਹੁਣ ਜੇਕਰ ਮੈਂ ਫਾਈਨਲ ਪੇਪਰਾਂ ਦੇ ਵਿੱਚ ਜੋ ਮਾਰਚ ਵਿੱਚ ਹੁੰਦੇ ਨੇ ਉਹਨਾਂ ਵਿੱਚ ਪਹਿਲੇ ਨੰਬਰ 'ਤੇ ਆਉਣਾ ਚਾਹੁੰਦੀ ਹਾਂ ਅਤੇ ਮੈਂ ਬਦਲਾਅ ਕਦੋਂ ਤੋਂ ਲਿਆਉਣੇ ਸ਼ੁਰੂ ਕਰੂੰਗੀ। ਓਬਵੀਅਸਲੀ ਆ ਜਦੋਂ ਮੇਰਾ ਸੈਸ਼ਨ ਸ਼ੁਰੂ ਹੋਇਆ ਅਪ੍ਰੈਲ 'ਚ, ਉਦੋਂ ਤੋਂ ਹੀ ਮੈਂ ਥੋੜ੍ਹੇ ਬਦਲਾਅ ਜਿਹੜੇ ਆਪਣੇ 'ਚ ਲਿਆਉਣੇ ਸ਼ੁਰੂ ਕਰਾਂਗੀ ਤਾਂ ਕਿ ਐਟ ਦਾ ਐਂਡ ਮੈਂ ਆਪਣੇ ਨਤੀਜੇ ਤੱਕ ਪਹੁੰਚ ਸਕਾਂ। ਹਾਊ ਵਿਲ ਦਾ ਚੇਂਜਿਸ ਸਟੇ, ਹਾਊ ਲੌਂਗ ਵਿਲ ਦਾ ਚੇਂਜਿਸ ਸਟੇ, ਇਹ ਜਿਹੜੇ ਚੇਂਜਿਸ ਨੇ ਕਿੰਨਾ ਲੰਬਾ ਟਾਈਮ ਸਟੇ ਰਹਿਣਗੇ। ਇਹਦਾ ਜੇਕਰ ਮੈਂ ਸਾਲ ਭਰ ਚਾਹੁੰਦੀ ਹਾਂ ਕਿ ਸਾਲ ਦੇ ਐਂਡ 'ਚ ਜਿਹੜੇ ਮੇਰੇ ਫਾਈਨਲ ਪੇਪਰ ਨੇ ਉਹਨਾਂ 'ਚ ਮੈਂ ਪਹਿਲੇ ਨੰਬਰ 'ਤੇ ਆਵਾਂ, ਅਤੇ ਇਹਦਾ ਮਤਲਬ ਜੋ ਮੈਂ ਬਦਲਾਅ ਲਿਆਂਦੇ ਨੇ ਇਹ ਸ਼ੁਰੂ ਤੋਂ ਅਖੀਰ ਤੱਕ ਮੇਰੇ ਵਿੱਚ ਇੱਦਾਂ ਹੀ ਹੋਣੇ ਚਾਹੀਦੇ ਨੇ। ਵਟ ਰਿਸੋਰਸਿਸ ਆਰ ਨੀਡਡ ਟੂ ਕੈਰੀ ਆਊਟ ਦਾ ਚੇਂਜਿਸ, ਕਿਹੜੇ ਸਰੋਤ ਮੈਨੂੰ ਚਾਹੀਦੇ ਨੇ ਇਹਨਾਂ ਬਦਲਾਵਾਂ ਨੂੰ ਲਿਆਉਣ ਦੇ ਲਈ। ਹੁਣ ਜੇ ਮੈਂ ਪਹਿਲੇ ਨੰਬਰ 'ਤੇ ਆਉਣਾ ਚਾਹੁੰਦੀ ਹਾਂ, ਪੇਪਰਾਂ 'ਚੋਂ ਚੰਗੇ ਨੰਬਰ ਪ੍ਰਾਪਤ ਕਰਨਾ ਚਾਹੁੰਦੀ ਹਾਂ, ਅਤੇ ਮੇਰੇ ਕੋਲ ਕੁਝ ਸਰੋਤ ਵੀ ਚਾਹੀਦੇ ਨੇ, ਜਿਵੇਂ ਸਹੀ ਕਿਤਾਬ ਹੋਣੀ। ਜੇਕਰ ਮੇਰੇ ਕੋਲ ਉਹ ਕਿਤਾਬ ਨਹੀਂ ਹੈਗੀ ਤਾਂ ਉਹ ਮੈਂ ਕਿੱਥੋਂ ਪ੍ਰਾਪਤ ਕਰਾਂ, ਤਾਂ ਹੀ ਮੈਂ ਕੀ ਆ ਜਿਹੜੇ ਇਹ ਬਦਲਾਅ ਲਿਆ ਕੇ ਅਤੇ ਆਪਣੇ ਵਿੱਚ ਆਪਣੇ ਮਿੱਥੇ ਹੋਏ ਟੀਚੇ ਤੱਕ ਪਹੁੰਚ ਸਕਾਂਗੀ। ਹੂ ਸ਼ੁੱਡ ਟੂ ਨੋ ਐਂਡ ਵਟ ਸ਼ੁੱਡ ਬੀ ਕਮਿਊਨੀਕੇਟਡ, ਕਿਹਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਅਤੇ ਕਿਹਦੇ ਨਾਲ ਮੈਨੂੰ ਗੱਲਬਾਤ ਜਿਹੜੀ ਆ ਕਰਨੀ ਚਾਹੀਦੀ ਆ। ਥਰਡ ਸਟੈਪ ਇਜ਼ ਯੂਜ਼ ਰਾਈਟ ਰਿਸੋਰਸਿਸ ਐਂਡ ਟੂਲਸ। One must evaluate the resources and tools needed to achieve those results and whether they are available. ਜੇ ਪਹਿਲੀ ਗੱਲ ਤਾਂ ਆਪਾਂ ਇਹ ਇਵੈਲੂਏਟ ਕਰਨਾ ਹੈ ਕਿ ਸਾਡੇ ਕੋਲ ਸਹੀ ਸਰੋਤ ਹੈਗੇ ਨੇ ਜਿਨ੍ਹਾਂ ਦੀ ਮੈਨੂੰ ਲੋੜ ਆਪਣੇ ਨਤੀਜੇ ਤੱਕ ਪਹੁੰਚਣ ਦੇ ਲਈ, ਕੀ ਉਹ ਸਾਰਾ ਕੁਝ ਮੇਰੇ ਕੋਲ ਹੈ। ਫੋਰ ਐਗਜ਼ਾਮਪਲ ਤੁਹਾਨੂੰ ਮੈਂ ਉਦਾਹਰਨ ਦੇਵਾਂ, ਯੂ ਮੇ ਵਾਂਟ ਟੂ ਕਲੀਅਰ ਦਾ ਕਾਲਜ ਐਂਟਰੈਂਸ ਐਗਜ਼ਾਮ ਵਿਦ 70% ਮਾਰਕਸ। ਡੂ ਯੂ ਹੈਵ ਦਾ ਬੁੱਕਸ ਟੂ ਸਟੱਡੀ ਫॉर ਦਾ ਐਗਜ਼ਾਮ? ਇਫ ਨੋਟ, ਫਰਮ ਵੇਅਰ ਐਂਡ ਹਾਊ ਕੈਨ ਯੂ ਗੈਟ ਦੈਮ। ਤੁਹਾਨੂੰ ਉਦਾਹਰਨ ਦੇ ਤੌਰ 'ਤੇ ਤੁਸੀਂ ਕਾਲਜ ਦੇ ਐਂਟਰੈਂਸ ਐਗਜ਼ਾਮ ਦੇ ਵਿੱਚ 70% ਤੋਂ ਵੱਧ ਨੰਬਰ ਲੈਣਾ ਚਾਹੁੰਦੇ ਹੋ। ਸਭ ਤੋਂ ਪਹਿਲੀ ਗੱਲ ਕੀ ਆ, ਕਿ ਪੜ੍ਹਨ ਦੇ ਲਈ ਪੇਪਰਾਂ ਦੇ ਵਿੱਚ ਜੋ ਵੀ ਕੁਐਸਚਨ ਆਉਣ ਦੀ ਸੰਭਾਵਨਾ ਹੈ ਉਹਨਾਂ ਦੇ ਨਾਲ ਰਿਲੇਟਡ ਪੜ੍ਹਾਈ ਦੇ ਲਈ ਕੀ ਤੁਹਾਡੇ ਕੋਲ ਕਿਤਾਬਾਂ ਹਨ? ਜੇ ਨਹੀਂ ਹੈ ਤਾਂ ਤੁਹਾਨੂੰ ਕਿੱਥੋਂ ਪ੍ਰਾਪਤ ਹੋਣਗੀਆਂ, ਕਿਵੇਂ ਪ੍ਰਾਪਤ ਹੋਣਗੀਆਂ? ਸੋ ਆਪਾਂ ਪਹਿਲਾਂ ਆਪਣੇ ਨਤੀਜੇ ਤੱਕ ਪਹੁੰਚਣ ਦੇ ਲਈ ਸਹੀ ਰਿਸੋਰਸਿਸ ਦੀ ਵੀ ਕਲੈਕਸ਼ਨ ਜਿਹੜੀ ਕਰਨੀ ਆ, ਯੂਜ਼ ਕਰਨਾ। Communicate with mentors and peers. One must talk to teachers, seniors and mentors for help in setting realistic goals. ਸਾਨੂੰ ਆਪਣੇ ਜਿਹੜੇ ਟੀਚਰਸ ਨੇ, ਸੀਨੀਅਰਸ ਨੇ, ਜਾਂ ਫਿਰ ਸਾਡੇ ਜਿਹੜੇ ਪੀਅਰਸ ਨੇ, ਫੈਲੋਮੇਟਸ ਨੇ, ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਆ, ਵਿਚਾਰ ਵਟਾਂਦਰੇ ਦੀ ਸਾਂਝ ਜ਼ਰੂਰ ਪਾਉਣੀ ਚਾਹੀਦੀ ਆ ਅਤੇ ਉਹਨਾਂ ਦੀ ਮਦਦ ਵੀ ਲੈਣੀ ਚਾਹੀਦੀ ਆ ਤਾਂ ਕਿ ਅਸੀਂ ਆਪਣਾ ਸਹੀ ਗੋਲ ਸੈੱਟ ਕਰ ਸਕੀਏ ਅਤੇ ਆਪਣੇ ਨਤੀਜੇ ਤੱਕ ਪਹੁੰਚ ਸਕੀਏ। ਜਦੋਂ ਅਸੀਂ ਕਿਸੇ ਨਾਲ ਕਮਿਊਨੀਕੇਟ ਕਰਦੇ ਹਾਂ ਅਤੇ ਸਾਡੇ ਵਿਚਾਰਾਂ ਦਾ ਜਦੋਂ ਆਦਾਨ ਪ੍ਰਦਾਨ ਹੁੰਦਾ ਤਾਂ ਉਹਦੇ ਨਾਲ ਸਾਨੂੰ ਨਵੀਂ ਜਾਣਕਾਰੀ ਵੀ ਹਾਸਲ ਹੁੰਦੀ ਹੈ। ਜਿਸ ਪੱਖ ਤੋਂ ਅਸੀਂ ਨਹੀਂ ਸੋਚ ਰਹੇ ਹੁੰਦੇ, ਕਈ ਵਾਰੀ ਜਦੋਂ ਅਸੀਂ ਦੂਜੇ ਨਾਲ ਗੱਲ ਕਰਦੇ ਹਾਂ ਅਤੇ ਸਾਨੂੰ ਉਸ ਪੱਖ ਦੀ ਜਾਣਕਾਰੀ ਦੂਸਰਾ ਪਰਸਨ ਦਿਵਾਉਂਦਾ ਹੈ। ਨੈਕਸਟ ਇਜ਼ ਮੇਕ ਏ ਕੈਲੰਡਰ।
One must make a calendar to monitor the progress at regular intervals. ਸਾਨੂੰ ਇੱਕ ਕੈਲੰਡਰ ਵੀ ਤਿਆਰ ਕਰਨਾ ਚਾਹੀਦਾ ਹੈ ਅਤੇ ਉਹਦੇ ਉੱਪਰ ਜਿਹੜੀਆਂ ਜ਼ਰੂਰੀ ਤਰੀਕਾਂ ਨੇ ਜਾਂ ਕੁਝ ਖਾਸ ਈਵੈਂਟ ਹੁੰਦੀਆਂ ਨੇ ਉਹਨਾਂ ਨੂੰ ਜ਼ਰੂਰ ਅੰਡਰਲਾਈਨ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਰੈਗੂਲਰ ਇੰਟਰਵਲ ਦੇ ਉੱਤੇ ਆਪਣੀ ਪ੍ਰੋਗਰੈਸ ਨੂੰ ਆਪਣੀ ਸਫਲਤਾ ਨੂੰ ਮੈਜ਼ਰ ਕਰ ਸਕੀਏ ਮਾਪ ਸਕੀਏ। ਜਦੋਂ ਸਾਡੇ ਕੋਲ ਕੈਲੰਡਰ ਹੋਊਗਾ ਅਸੀਂ ਉਹਦੇ ਉੱਪਰ ਇੱਕ ਤਰੀਕ ਨਿਸ਼ਚਿਤ ਤਰੀਕ ਮਿਥੀ ਹੋਊਗੀ ਅਤੇ ਅਸੀਂ ਵੇਖਾਂਗੇ ਕਿ ਅਸੀਂ ਕੀ ਉਸ ਕੈਲੰਡਰ ਦੇ ਅਕੋਰਡਿੰਗ ਆਪਣੀ ਮਿਥੀ ਹੋਈ ਸਫਲਤਾ ਦੇ ਵੱਲ ਵੱਧ ਰਹੇ ਹਾਂ। ਜੇ ਨਹੀਂ ਵੱਧ ਰਹੇ ਤਾਂ ਕਿੱਥੇ ਹੋਰ ਮਿਹਨਤ ਕਰਨ ਦੀ ਸਾਨੂੰ ਲੋੜ ਹੈ। ਨੈਕਸਟ ਇਜ਼ ਵਰਕ ਹਾਰਡ। ਵਨ ਮਸਟ ਵਰਕ ਹਾਰਡ ਐਂਡ ਬਿਲੀਵ ਇਨ ਵਨਸ ਡਰੀਮ। ਸਭ ਤੋਂ ਪਹਿਲਾਂ ਸਫਲਤਾ ਪ੍ਰਾਪਤ ਕਰਨ ਦੀ ਸਫਲਤਾ ਦੀ ਕੁੰਜੀ ਕੀ ਹੈਗੀ ਆ ਕਿ ਅਸੀਂ ਕੀ ਆ ਮਿਹਨਤ ਕਰਨੀ ਆ। ਮਿਹਨਤ ਦਾ ਪੱਲਾ ਨਹੀਂ ਅਸੀਂ ਛੱਡ ਸਕਦੇ ਅਤੇ ਇਹਦੇ ਨਾਲ ਨਾਲ ਹੀ ਆਪਣੇ ਲਏ ਹੋਏ ਸੁਪਨਿਆਂ ਦੇ ਵਿੱਚ ਵੀ ਸੁਪਨਿਆਂ ਦੇ ਉੱਪਰ ਵਿਸ਼ਵਾਸ ਰੱਖਣਾ। ਅਤੇ ਇਹਦੇ ਨਾਲ ਜੇਕਰ ਅਸੀਂ ਆਪਣੇ ਸੁਪਨਿਆਂ 'ਚ ਇਹ ਵਿਸ਼ਵਾਸ ਰੱਖਾਂਗੇ ਕਿ ਜੋ ਮੈਂ ਸੁਪਨਾ ਦੇਖਿਆ ਹੈ ਉਹ ਇੱਕ ਨਾ ਇੱਕ ਦਿਨ ਪੂਰਾ ਜ਼ਰੂਰ ਹੋਊਗਾ ਅਤੇ ਅਸੀਂ ਹਮੇਸ਼ਾ ਕੀ ਆ ਕੌਨਫੀਡੈਂਸ ਮਹਿਸੂਸ ਕਰਾਂਗੇ ਅਤੇ ਉਹਦੇ ਨਾਲ ਨਾਲ ਜੇਕਰ ਮਿਹਨਤ ਕਰਾਂਗੇ ਤਾਂ ਅਸੀਂ ਆਪਣੇ ਨਤੀਜੇ ਤੱਕ ਜ਼ਰੂਰ ਹੀ ਪਹੁੰਚ ਪਾਵਾਂਗੇ। ਨੈਕਸਟ ਗੋਲ ਸੈਟਿੰਗ। ਇਹ ਤਾਂ ਸੀ ਰਿਜ਼ਲਟ ਓਰੀਐਂਟਡ ਕਿ ਅਸੀਂ ਰਿਜ਼ਲਟ ਓਰੀਐਂਟਡ ਦੇ ਸਟੈਪਸ ਜਿਹੜੇ ਨੇ ਉਹ ਪੜ੍ਹ ਲਏ। ਹੁਣ ਕੀ ਆ ਕਿ ਅਸੀਂ ਉਹ ਆਪਣੇ ਗੋਲ ਮਿੱਥੇ ਹੋਏ ਟੀਚੇ ਨੂੰ ਸੈੱਟ ਕਿਵੇਂ ਕਰਨਾ ਹੈ, ਆਪਣੇ ਰਿਜ਼ਲਟ ਤੱਕ ਕਿੱਦਾਂ ਪਹੁੰਚਣਾ ਹੈ, ਕਿਵੇਂ ਅਸੀਂ ਆਪਣੇ ਰਿਜ਼ਲਟ ਨੂੰ ਸੈੱਟ ਕਰਨਾ। It helps us to understand what we want, how to achieve it and how we measure our success. ਗੋਲ ਸੈਟਿੰਗ ਦੀ ਮਦਦ ਦੇ ਨਾਲ ਅਸੀਂ ਇਹ ਸਮਝ ਪਾਉਂਦੇ ਹਾਂ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ, ਕਿਵੇਂ ਉਹਨੂੰ ਪ੍ਰਾਪਤ ਕਰਾਂਗੇ ਅਤੇ ਕਿਵੇਂ ਅਸੀਂ ਆਪਣੀ ਸਫਲਤਾ ਨੂੰ ਮਾਪ ਸਕਦੇ ਹਾਂ। ਡਿਫਾਈਨ ਅ ਗੋਲ। ਇੱਕ ਗੋਲ ਨੂੰ ਅਸੀਂ ਕਿਵੇਂ ਡਿਫਾਈਨ ਕਰ ਸਕਦੇ ਹਾਂ। ਯੂਜ਼ ਦ ਐਕਰੋਨੀਅਮ ਸਮਾਰਟ ਟੂ ਸੈੱਟ ਗੋਲਸ। ਅਸੀਂ ਗੋਲ ਨੂੰ ਜਦੋਂ ਸੈੱਟ ਕਰਨਾ ਹੈ ਤਾਂ ਇੱਕ ਇੰਗਲਿਸ਼ ਦਾ ਵਰਡ ਆ ਜਿਹਨੂੰ ਅਸੀਂ ਹਮੇਸ਼ਾ ਯਾਦ ਰੱਖਣਾ ਹੈ, ਉਹ ਕੀ ਹੈ ਸਮਾਰਟ। ਹੁਣ ਸਮਾਰਟ ਕੀ ਆ ਇਹ ਆਪਾਂ ਅੱਗੇ ਪੜ੍ਹਾਂਗੇ। ਸਮਾਰਟ ਗੋਲਸ। ਜਿਵੇਂ ਅੱਜ ਕੱਲ੍ਹ ਸਾਰੇ ਕਹਿੰਦੇ ਆ ਸਮਾਰਟ ਬਣੋ, ਉਸੇ ਤਰ੍ਹਾਂ ਸਾਡਾ ਗੋਲ ਵੀ ਸਮਾਰਟ ਹੋਣਾ ਚਾਹੀਦਾ ਹੈ। ਸੋ ਸਮਾਰਟ ਗੋਲ ਕੀ ਆ। Setting smart goals can help keep you motivated and get you closer to reaching your goal. ਜਦੋਂ ਅਸੀਂ ਇੱਕ ਸਮਾਰਟ ਗੋਲ ਸੈੱਟ ਕਰਦੇ ਹਾਂ ਉਹਦੇ ਨਾਲ ਸਾਨੂੰ ਕੀ ਮਦਦ ਮਿਲਦੀ ਹੈ ਕਿ ਅਸੀਂ ਮੋਟੀਵੇਟਡ ਹੁੰਦੇ ਹਾਂ ਅਤੇ ਹੌਲੀ ਹੌਲੀ ਆਪਣੇ ਗੋਲ ਦੇ ਆਪਣੇ ਮਿੱਥੇ ਹੋਏ ਟੀਚੇ ਦੇ ਕੋਲ ਪਹੁੰਚਦੇ ਹਾਂ। ਸੋ ਸਮਾਰਟ ਕੀ ਹੈ। S for specific, M for measurable, A for attainable, R for relevant, T for time bound. Specific means what is the exact goal that you are trying to accomplish. ਸਭ ਤੋਂ ਪਹਿਲਾਂ ਸਪੈਸੀਫਿਕ ਦਾ ਮਤਲਬ ਕੀ ਹੈ ਕਿ ਅਸਲੀਅਤ ਦੇ ਵਿੱਚ ਕਿਹੜਾ ਗੋਲ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜਿਹੜੇ ਲਈ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਅਸਲੀਅਤ ਦੇ ਵਿੱਚ ਉਹੀ ਸਾਡਾ ਗੋਲ ਆ ਜਿਹੜਾ ਅਸੀਂ ਮਿੱਥਿਆ ਹੈ, ਜੋ ਟੀਚਾ ਅਸੀਂ ਨਿਸ਼ਾਨਾ ਮਿੱਥਿਆ ਹੈ ਕਿ ਅਸਲੀਅਤ ਦੇ ਵਿੱਚ ਉਹੀ ਆ। ਸਭ ਤੋਂ ਪਹਿਲਾਂ ਸਾਨੂੰ ਇਹ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ। ਨੈਕਸਟ ਇਜ਼ M. M stands for measurable. How will you be able to see that you are making progress? ਜਦੋਂ ਵੀ ਅਸੀਂ ਗੋਲ ਸੈੱਟ ਕਰਦੇ ਹਾਂ ਸਾਡਾ ਗੋਲ ਮੈਜ਼ਰੇਬਲ ਹੋਣਾ ਬਹੁਤ ਜ਼ਰੂਰੀ ਆ। ਕਿਉਂ ਜ਼ਰੂਰੀ ਆ? ਤਾਂ ਕਿ ਅਸੀਂ ਇਹ ਜਾਣ ਸਕੀਏ, ਇਹ ਵੇਖ ਸਕੀਏ ਕਿ ਅਸੀਂ ਆਪਣੇ ਗੋਲ ਦੇ ਵੱਲ ਕਿੰਨੀ ਕੁ ਪ੍ਰੋਗਰੈਸ ਕਰ ਰਹੇ ਹਾਂ। ਮਤਲਬ ਜੋ ਅਸੀਂ ਟੀਚਾ ਮਿਥਿਆ ਹੈ ਉਸ ਵੱਲ ਅਸੀਂ ਕਿੰਨਾ ਕੁ ਸਫਲਤਾਪੂਰਵਕ ਅੱਗੇ ਵੱਧ ਰਹੇ ਹਾਂ ਅਤੇ ਕਿੰਨੀ ਕੁ ਕੀ ਰੈਗੂਲਰ ਇੰਟਰਵਲ 'ਤੇ ਸਹੀ ਸਪੀਡ ਦੇ ਨਾਲ ਅਸੀਂ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਜਾਂ ਅਜੇ ਅਸੀਂ ਆਪਣੇ ਗੋਲ ਤੋਂ ਬਹੁਤ ਦੂਰ ਹਾਂ ਅਤੇ ਸਾਨੂੰ ਹੋਰ ਮਿਹਨਤ ਕਰਨ ਦੀ ਲੋੜ ਆ। ਸੋ ਮੈਜ਼ਰੇਬਲ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ। ਨੈਕਸਟ A for attainable. Is this a goal that you think you can actually reach? Attainable ਮਤਲਬ ਕਿ ਇਹ ਉਹੀ ਗੋਲ ਆ ਜਿਹਦੇ ਤੱਕ ਅਸਲੀਅਤ ਦੇ ਵਿੱਚ ਅਸੀਂ ਪਹੁੰਚਣਾ ਚਾਹੁੰਦੇ ਹਾਂ। ਕਈ ਵਾਰ ਕੀ ਹੁੰਦਾ ਹੈ ਸਾਡਾ ਗੋਲ ਕੋਈ ਹੋਰ ਹੁੰਦਾ ਹੈ ਪਰ ਅਸੀਂ ਕੋਸ਼ਿਸ਼ਾਂ ਕੁਝ ਹੋਰ ਕਰ ਰਹੇ ਹੁੰਦੇ ਹਾਂ ਅਤੇ ਫਿਰ ਦੇਖਦੇ ਹਾਂ ਕਿ ਅਸੀਂ ਤਾਂ ਆਪਣੀ ਮਿੱਥੇ ਹੋਏ ਟੀਚੇ ਤੱਕ ਪਹੁੰਚ ਹੀ ਨਹੀਂ ਸਕਦੇ। ਸੋ ਸਭ ਤੋਂ ਪਹਿਲਾਂ ਜਦੋਂ ਅਸੀਂ ਗੋਲ ਸੈੱਟ ਕਰਨਾ ਹੈ ਸਾਡਾ ਗੋਲ ਸਮਾਰਟ ਹੋਣਾ ਚਾਹੀਦਾ ਹੈ ਐਂਡ ਅਟੇਨੇਬਲ ਹੋਣਾ ਚਾਹੀਦਾ ਹੈ। ਅਟੇਨੇਬਲ ਮਤਲਬ ਕਿ ਇਹ ਅਸਲੀਅਤ ਦੇ ਵਿੱਚ
ਉਹੀ ਗੋਲ ਆ ਜਿਸ ਦੇ ਬਾਰੇ ਅਸੀਂ ਸੋਚਿਆ ਸੀ। And next, second last is R. R for relevant. Is this something that's important to you right now? ਜਦੋਂ ਵੀ ਅਸੀਂ ਗੋਲ ਸੈੱਟ ਕਰਨਾ ਹੈ, ਅਸੀਂ ਆਪਣੇ ਆਪ ਨੂੰ ਕੁਐਸਚਨ ਕਰਨਾ ਹੈ ਕਿ ਜੋ ਗੋਲ ਅਸੀਂ ਸੈੱਟ ਕੀਤਾ ਕੀ ਉਹ ਰੈਲੇਵੈਂਟ ਹੈ, ਕੀ ਇਹ ਉਹੀ ਆ, ਓਨੀ ਹੀ ਮਹੱਤਤਾ ਰੱਖਦਾ ਹੈ ਜਿੰਨੀ ਇਸ ਟਾਈਮ ਸਾਨੂੰ ਜ਼ਰੂਰਤ ਆ, ਕੀ ਇਹ ਗੋਲ ਸਹੀ ਮਹੱਤਤਾ ਸਾਡੇ ਲਈ ਰੱਖਦਾ ਹੈ। ਸੋ ਰੈਲੇਵੈਂਟ ਸਾਡਾ ਗੋਲ ਰੈਲੇਵੈਂਟ ਹੋਣਾ ਵੀ ਬਹੁਤ ਜ਼ਰੂਰੀ ਹੈ। ਨੈਕਸਟ ਟੀ। ਟੀ ਮੀਨਸ ਟਾਈਮ ਬਾਉਂਡ, ਜਾਂ ਫਿਰ ਆਪਾਂ ਕੀ ਕਹਿ ਸਕਦੇ ਹਾਂ, ਟਾਈਮ ਲਿਮਿਟ। ਵੈਨ ਡੂ ਯੂ ਥਿੰਕ ਯੂ ਵਿਲ ਬੀ ਏਬਲ ਟੂ ਰੀਚ ਯੂਰ ਗੋਲ। ਜਦੋਂ ਅਸੀਂ ਗੋਲ ਸੈੱਟ ਕਰਨਾ ਹੈ ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਧਿਆਨ ਵਿੱਚ ਰੱਖਣਾ ਹੈ ਕਿ ਇੱਕ ਨਿਰਧਾਰਿਤ ਸਮੇਂ ਦੇ ਵਿੱਚ ਅਸੀਂ ਆਪਣੇ ਗੋਲ ਤੱਕ ਪਹੁੰਚ ਜਾਵਾਂਗੇ। ਗੋਲ ਇੱਦਾਂ ਦਾ ਕੋਈ ਗੋਲ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਟਾਈਮ ਲਿਮਿਟ ਹੀ ਨਾ ਪਤਾ ਹੋਵੇ। ਫੋਰ ਐਗਜ਼ਾਮਪਲ, ਕੋਈ ਬੱਚਾ ਪੇਪਰਾਂ ਦੇ ਵਿੱਚ ਫਸਟ ਨੰਬਰ 'ਤੇ ਆਉਣਾ ਚਾਹੁੰਦਾ ਹੈ, ਉਹ ਜਦੋਂ ਗੋਲ ਸੈੱਟ ਕਰੇਗਾ ਤਾਂ ਉਹਦਾ ਟਾਈਮ ਲਿਮਿਟ ਕੀ ਹੋਏਗਾ ਕਿ ਉਹਦੀ, ਅਗਰ ਇਸ ਸਾਲ ਦੀ ਉਦਾਹਰਨ ਲੈ ਲਓ ਕਿ 2020 ਦੇ ਅਪ੍ਰੈਲ 'ਚ ਅਗਰ ਤੁਹਾਡਾ ਸੈਸ਼ਨ ਸ਼ੁਰੂ ਹੋਇਆ ਹੈ ਅਤੇ 2020 'ਚ ਜਦੋਂ ਫੈਬਰਰੀ ਮਾਰਚ ਵਿੱਚ ਪੇਪਰ ਹੋਣੇ ਨੇ ਅਤੇ ਉਹਨਾਂ ਪੇਪਰਾਂ ਵਿੱਚ ਜੇਕਰ ਤੁਸੀਂ ਪਹਿਲੇ ਨੰਬਰ 'ਤੇ ਆਉਣਾ ਹੈ, ਸੋ ਤੁਹਾਡੇ ਕੋਲ ਇੱਕ ਟਾਈਮ ਲਿਮਿਟ ਕਿੰਨੀ ਆਪਣੇ ਗੋਲ ਤੱਕ ਪਹੁੰਚਣ ਦੀ, 1 ਸਾਲ। ਠੀਕ। ਸੋ ਕੀ ਆ, ਇਹ ਕੀ ਇੱਕ ਸਪੈਸੀਫਿਕ ਗੋਲ ਆ, ਇੱਕ ਮੈਜ਼ਰੇਬਲ ਗੋਲ ਹੋ ਜਾਂਦਾ ਹੈ, ਅਟੇਨੇਬਲ ਵੀ ਆ, ਰੈਲੇਵੈਂਟ ਵੀ ਆ ਔਰ ਟਾਈਮ ਬਾਉਂਡ ਵੀ ਆ ਇੱਕ ਸਟੂਡੈਂਟ ਦੇ ਪੁਆਇੰਟ ਆਫ ਵਿਊ ਦੇ ਨਾਲ। ਸੋ ਜਦੋਂ ਆਪਾਂ ਗੋਲ ਸੈੱਟ ਕਰਨਾ, ਇਸ ਚੀਜ਼ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਹੈ ਕਿ ਸਾਡਾ ਗੋਲ ਸਮਾਰਟ ਗੋਲ ਹੋਣਾ ਚਾਹੀਦਾ ਹੈ। ਨੈਕਸਟ, ਜਦੋਂ ਅਸੀਂ ਸਮਾਰਟ ਗੋਲ ਰੈਡੀ ਕਰਨਾ ਹੈ, ਅਸੀਂ ਆਪਣੇ ਆਪ ਲਈ ਇੱਕ ਸਰਟੀਫਿਕੇਟ ਵੀ ਜਿਹੜਾ ਹੈ ਪ੍ਰਪੇਅਰ ਕਰ ਸਕਦੇ ਹਾਂ, ਜਿਵੇਂ ਇੱਥੇ ਡਿਜ਼ਾਈਨ ਕੀਤਾ ਗਿਆ ਹੋਇਆ ਹੈ। ਸੋ ਜਦੋਂ ਅਸੀਂ ਇੱਦਾਂ ਦਾ ਕੁਛ ਡਿਜ਼ਾਈਨ ਕਰਾਂਗੇ ਆਪਣੇ ਨਾਲ ਲਈ, ਉਹਦੇ ਨਾਲ ਸਾਡੇ ਵਿੱਚ ਕੌਨਫੀਡੈਂਸ ਰਾਈਜ਼ ਹੋਊਗਾ, ਅਸੀਂ ਆਪਣੇ ਆਪ 'ਤੇ ਮਾਣ ਮਹਿਸੂਸ ਕਰਾਂਗੇ ਔਰ ਜਿਵੇਂ ਜਿਵੇਂ ਅਸੀਂ ਆਪਣੀ ਸਫਲਤਾ ਦੇ ਵੱਲ ਵਧਾਂਗੇ, ਆਪਣੇ ਆਪ ਨੂੰ ਵੀ ਸਾਨੂੰ ਕੀ ਆ, ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਇਹਦੇ ਨਾਲ ਸਾਡੇ ਵਿੱਚ ਕੌਨਫੀਡੈਂਸ ਰਾਈਜ਼ ਹੋਊਗਾ। ਹੁਣ ਕੀ ਹੈ ਕਿ ਜਦੋਂ ਅਸੀਂ ਗੋਲ ਸੈੱਟ ਕਰਦੇ ਹਾਂ ਅਤੇ ਕਿਵੇਂ ਦਾ ਗੋਲ ਜਿਹੜਾ ਵਾ ਸਮਾਰਟ ਗੋਲ ਹੋ ਸਕਦਾ, ਉਹਦੀਆਂ ਕੁਝ ਐਗਜ਼ਾਮਪਲਸ ਨੇ ਜਿਹੜੀਆਂ ਮੈਂ ਤੁਹਾਨੂੰ ਨੈਕਸਟ ਐਕਸਪਲੇਨ ਕਰਨ ਜਾ ਰਹੀ ਹਾਂ ਕਿ ਰਿਜ਼ਲਟ ਓਰੀਐਂਟਡ ਗੋਲ ਦੀਆਂ ਐਗਜ਼ਾਮਪਲਸ ਕੀ ਹੋ ਸਕਦੀਆਂ ਨੇ। ਫੋਰ ਐਗਜ਼ਾਮਪਲ, ਫਸਟ ਕੀ ਹੈ, ਅ ਸਟੂਡੈਂਟ ਮੇ ਸੈਟ ਅ ਗੋਲ ਆਫ ਸਕੋਰਿੰਗ ਹਾਈ ਮਾਰਕਸ ਇਨ ਐਨ ਐਗਜ਼ਾਮ। ਇੱਕ ਜਿਹੜਾ ਸਟੂਡੈਂਟ ਆ ਉਹ ਕਿਵੇਂ ਦਾ ਗੋਲ, ਸਮਾਰਟ ਗੋਲ ਸੈੱਟ ਕਰ ਸਕਦਾ ਹੈ ਕਿ ਉਹਨੇ ਆਪਣੇ ਜਿਹੜੇ ਐਗਜ਼ਾਮ ਨੇ, ਫਾਈਨਲ ਐਗਜ਼ਾਮ ਦੇ ਵਿੱਚ ਹਾਈ ਮਾਰਕਸ ਸਕੋਰ ਕਰਨੇ ਨੇ, ਜਾਂ ਫਿਰ ਉਹ ਮੈਰਿਟ ਵਿੱਚ ਆਉਣਾ ਚਾਹੁੰਦਾ ਹੈ। ਕੋਈ ਬੱਚਾ ਇੱਦਾਂ ਸਕੋਰ ਸੈੱਟ ਕਰ ਸਕਦਾ ਕਿ ਮੈਂ ਕਲਾਸ ਵਿੱਚੋਂ ਫਸਟ ਆਉਣਾ, ਬਟ ਕਈ ਸਕੂਲਸ ਵਿੱਚ ਜਿੱਦਾਂ ਸੈਕਸ਼ਨਸ ਹੁੰਦੇ ਨੇ ਲਾਈਕ 10th A 10th B 10th C, ਅਤੇ ਬੱਚਾ ਇਹ ਵੀ ਸੈੱਟ ਕਰ ਸਕਦਾ ਕਿ ਨਹੀਂ, ਮੈਂ ਪੂਰੇ ਸਕੂਲ 'ਚੋਂ ਫਸਟ ਆਉਣਾ। ਸੋ ਇਹ ਇੱਕ ਸਮਾਰਟ ਗੋਲ ਹੋ ਜਾਂਦਾ। ਇੱਕ ਐਥਲੀਟ ਕਿਵੇਂ ਦਾ ਗੋਲ ਸੈੱਟ ਕਰ ਸਕਦਾ, ਐਨ ਐਥਲੀਟ ਮੇ ਰਨ 5 miles a day। ਇੱਕ ਐਥਲੀਟ ਸਮਾਰਟ ਗੋਲ ਕੀ ਸੈੱਟ ਕਰ ਸਕਦਾ ਹੈ ਕਿ ਮੈਂ ਹਰ ਇੱਕ ਦਿਨ ਵਿੱਚ 5 ਮੀਲ ਤੱਕ ਦੌੜਾਂਗਾ। ਇਹ ਵੀ ਇੱਕ ਸਮਾਰਟ ਗੋਲ ਆ, ਟਾਈਮ ਲਿਮਿਟ ਵੀ ਆ ਔਰ ਉਹ ਮੈਜ਼ਰ ਵੀ ਕਰ ਸਕਦਾ ਆਪਣੇ ਗੋਲ ਨੂੰ ਕਿ ਕੀ ਉਹ ਇੰਨੀ ਦੂਰੀ ਤੱਕ ਦੌੜ ਪਾ ਰਿਹਾ ਕਿ ਨਹੀਂ। ਨੈਕਸਟ, ਅ ਟਰੈਵਲਰ ਮੇ ਟਰਾਈ ਟੂ ਰੀਚ ਅ ਡੈਸਟੀਨੇਸ਼ਨ ਸਿਟੀ ਵਿਦਇਨ 3 hours। ਇੱਕ ਜਿਹੜਾ ਟਰੈਵਲਰ ਆ, ਇੱਕ ਜਿਹੜਾ ਯਾਤਰੀ ਆ, ਉਹ ਕੀ ਗੋਲ ਸੈੱਟ ਕਰ ਸਕਦਾ ਹੈ ਕਿ ਮੈਂ ਆਪਣੀ ਡੈਸਟੀਨੇਸ਼ਨ ਸਿਟੀ ਤੱਕ, ਮੀਨਸ ਆਪਣੀ ਮੰਜ਼ਿਲ ਤੱਕ 3 ਘੰਟਿਆਂ ਵਿੱਚ ਪਹੁੰਚਣਾ ਚਾਹੁੰਦਾ। ਅਤੇ ਇਹ ਵੀ ਇੱਕ ਟਾਈਮ ਲਿਮਿਟਡ ਗੋਲ ਆ ਔਰ ਇੱਕ ਸਮਾਰਟ ਗੋਲ ਆ ਕਿ ਇਹ ਜਿਹੜੇ ਸਮਾਰਟ ਦੇ ਜਿਹੜੇ ਹਰ ਲੈਟਰ ਨੂੰ ਕੀ ਆ, ਪ੍ਰਜੈਂਟ ਕਰਦੇ ਨੇ ਇੱਦਾਂ ਦੇ ਗੋਲ। ਸੋ ਨੈਕਸਟ ਕੀ ਆ, ਕੁਐਸ਼ਨਰੀ ਆ। ਟੋਟਲ 10 ਕੁਐਸ਼ਚਨਸ ਨੇ ਤੁਹਾਡੇ ਲਈ। ਇਹ ਕੀ ਆ, 1 word ਕੁਐਸ਼ਚਨਸ ਨੇ। ਇਹ ਕੁਐਸ਼ਚਨਸ ਇਸ ਲਈ ਦਿੱਤੇ ਗਏ ਆ ਤਾਂ ਜੋ ਤੁਸੀਂ ਜਦੋਂ ਇਹਨੂੰ, ਹੁਣ ਤੁਸੀਂ ਪੂਰੇ ਵਿਸ਼ੇ ਨੂੰ ਕੀ ਆ, ਪੂਰੇ ਰਿਜ਼ਲਟ ਓਰੀਐਂਟਡ ਦੇ ਟੋਪਿਕ ਨੂੰ ਸੁਣ ਲਿਆ ਹੈ, ਤੁਸੀਂ ਇਹਨਾਂ ਕੁਐਸ਼ਚਨਸ ਨੂੰ ਸੋਲਵ ਆਊਟ ਕਰਨ ਦੀ, ਆਨਸਰ ਜਿਹੜੇ ਆ ਦੇਣ ਦੀ ਕੋਸ਼ਿਸ਼ ਕਰਨੀ ਆ। ਔਰ ਜਦੋਂ ਤੁਸੀਂ ਆਨਸਰ ਦਿਓਗੇ, ਤੁਹਾਨੂੰ ਉੱਥੋਂ ਹੀ ਇਹ ਸਮਝ ਆਏਗਾ ਕਿ ਤੁਹਾਨੂੰ ਇਹ ਵਿਸ਼ਾ ਜਿਹੜਾ ਹੈ ਕਿੰਨਾ ਕੁ ਸਮਝ ਆਇਆ ਹੈ। ਔਰ ਅਗਰ ਤੁਹਾਨੂੰ ਕੁਝ ਇਹਦੇ ਵਿੱਚੋਂ ਸਪੋਜ਼ ਤੁਹਾਨੂੰ ਕੋਈ ਆਨਸਰ ਜਿਹੜਾ ਨਹੀਂ ਸਮਝ ਆ ਰਿਹਾ, ਇਟ ਮੀਨਸ ਤੁਹਾਨੂੰ ਇਸ ਵਿਸ਼ੇ ਨੂੰ ਦੁਬਾਰਾ ਤੋਂ ਦੁਹਰਾਉਣ ਦੀ ਲੋੜ ਆ।
ਇੰਨਾ ਕੁਝ ਕਹਿੰਦੇ ਹੋਏ ਮੈਂ ਆਪ ਸਭ ਜੀ ਦਾ ਧੰਨਵਾਦ ਕਰਦੀ ਹਾਂ। ਧੰਨਵਾਦ। ਥੈਂਕ ਯੂ।